ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਆਵਰ ਕਿਆ ਜਾਣੈ ਕੋਇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਆਵਰ ਕਿਆ ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕਉ ਆਖੀਐ ਸਾਹਾ। ਦੂਜਾ ਨਾਹੀ ਕੋਇ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਸਭ ਤੁਝ ਹੈ ਧਿਆਵਹਿ ਦਿਨ ਰਾਤ। ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸਾਹਾ। ਤੂੰ ਸਭਨਾ ਕਰਹਿ ਇੱਕ ਦਾਤ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ। ਤੁਝ ਤੇ ਬਾਹਰ ਕੋਈ ਨਾਹੀ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵਹਿ ਮੇਰੇ ਸਾਹਾ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸਚ ਨਾਨਕ ਕੇ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵਹਿ ਮੇਰੇ ਸਾਹਾ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਰਵਣ ਕੀਤੇ ਨੇ ਅੱਜ ਦੇ ਪਵਿੱਤਰ ਮਹਾਫਰਮਾਨ ਹੁਕਮਨਾਮਾ ਸਾਹਿਬ ਜੀ। ਸਤਿਗੁਰੂ ਜੀ ਦਾ ਨਾਮ ਲੈ ਕੇ ਔਰ ਆਪ ਜੀ ਤੋਂ ਖਿਮਾ ਮੰਗ ਕੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ ਸ਼ੁਰੂ ਕਰਦਾ ਹੈ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਤਰਨਾਸਰੀ ਰਾਗ ਦੇ ਵਿੱਚ ਪਾਤਸ਼ਾਹ ਚੌਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਏ।
ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਮੁਖਾਰਬਿੰਦ ਤੋਂ ਉਚਾਰਿਤ ਅੱਜ ਦੇ ਹੁਕਮਨਾਮਾ ਸਾਹਿਬ ਜੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 670 670 ਉੱਪਰ ਸੁਭਾਇਮਾਨ ਹੋਇਆ ਦੇਖਦੇ ਹਾਂ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਰਾਗਾਂ ਦੇ ਵਿੱਚ ਰਾਗ ਗਾਇਨਾ ਵਿਧੀ ਰਾਗ ਤਨਾਸਰੀ ਹੈ। ਕੋਈ ਰਾਗੀ ਜਨ, ਕੋਈ ਗਾਇਕ ਜਨ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਰਾਗਾਂ ਦੇ ਵਿੱਚ ਗਾਇਨਾ ਕਰਨੀ ਚਾਹਣ ਤਾਂ ਸਤਿਗੁਰਾਂ ਵੱਲੋਂ ਮਿੱਥਿਆ ਹੁਕਮਨ ਰਾਗ ਤਨਾਸਰੀ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੇ ਕੋਈ। ਰਹਾਓ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਹਿਲੀ ਮੁਬਾਰਕ ਪੰਕਤੀ ਜਿਸ ਦਾ ਸੰਬੰਧ ਰਹਾਓ ਦੇ ਨਾਲ ਹੈ, ਜਿੱਥੇ ਸਤਿਗੁਰਾਂ ਨੇ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਹਰ ਦਰਸ਼ਨ ਸੁਖ ਹੋਏ। ਸਾਹਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਖਰੀ ਅਰਥਾਂ ਦੇ ਵਿੱਚ 3 ਤਰੀਕੇ ਦੇ ਨਾਲ ਆਇਆ ਹੈ। ਸਾਹਾ ਦਾ ਮਤਲਬ ਹਿੰਦੂ ਮਤ ਦੇ ਮੁਤਾਬਕ ਗਿਣਤੀ ਕਰਕੇ ਮੁਕਰਰ ਕੀਤਾ ਹੋਇਆ ਵਿਆਹ ਦਾ ਦਿਨ ਵੀ ਹੈ। ਜਿਤ ਦਿਹਾੜੇ ਧਨਵਰੀ ਸਾਹੇ ਲਈ ਲਿਖਾਈ। ਜਿਸ ਦਿਨ ਜੀਵ ਰੂਪੀ ਇਸਤਰੀ ਜਨਮੀ ਹੈ ਉਸ ਦਿਨ ਸਾਹੇ, ਉਸ ਦਿਨ ਉਸਦੇ ਵਿਆਹ ਦਾ ਦਿਨ ਮੁਕਰਰ ਹੋ ਗਿਆ। ਅੰਤਰੀ ਭਾਵ ਇਹ ਹੈ ਕਿ ਉਸ ਦੀ ਮੌਤ ਦਾ ਦਿਨ ਮੁਕਰਰ ਹੋ ਗਿਆ। ਤੋ ਸਾਹੇ ਦਾ ਮਤਲਬ ਮੌਤ ਵੀ ਹੈ। ਸਾਹੇ ਦਾ ਮਤਲਬ ਮਹੂਰਤ ਦਾ ਸਮਾਂ ਵੀ ਹੈ। ਜਿਵੇਂ ਕਿਹਾ ਜਾਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਸਾਇਆ ਬੜਾ ਭਾਰਾ ਹੈ ਹਿੰਦੂ ਮਤ ਦੇ ਮੁਤਾਬਕ। ਸਾਹ ਸ਼ਾਹੂਕਾਰ ਵੀ ਹੈ। ਸੰਬਦ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਜਿੱਥੇ ਸੰਬਦ ਸਾਹਾ ਲਿਖਿਆ ਉੱਥੇ ਸਾਹਾ ਦਾ ਮਤਲਬ ਹੋਰ ਹੈ। ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਸਪੈਲਿੰਗ ਦੋਨਾਂ ਜਗ੍ਹਾ ਉੱਪਰ ਇੱਕੋ ਹੀ ਨੇ, ਲੇਕਿਨ ਅਰਥ ਆਪਾਂ ਬਿਰਤੀ ਦੇ ਵਿੱਚੋਂ ਕੱਢਣਾ ਹੁੰਦਾ ਹੈ ਕਿ ਇਸ ਜਗ੍ਹਾ ਉੱਪਰ ਕਿਹੜੀ ਗੱਲ ਜਿਹੜੀ ਹੈ ਉਹ ਸਤਿਗੁਰਾਂ ਨੇ ਵਰਤੋਂ ਦੇ ਵਿੱਚ ਲਿਆਉਂਦੀ ਹੈ। ਤੋ ਇੱਥੇ ਸਾਹਾ ਦਾ ਮਤਲਬ ਸ਼ਾਹ ਹੈ। ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਸਭਨਾਂ ਵਿੱਚ ਤੂੰ ਵਰਤਦਾ ਸਾਹਾ। ਗੱਲ ਉਸ ਅਕਾਲ ਪੁਰਖ ਦੀ ਹੈ, ਪਾਤਸ਼ਾਹ ਦੀ ਹੈ। ਤੋ ਗੱਲ ਸਪਸ਼ਟ ਹੋ ਗਈ ਕਿ ਮੇਰੇ ਸਾਹਾ, ਸਾਹਾ ਸ਼ਬਦ ਇੱਕ ਅਕਾਲ ਪੁਰਖ ਦੇ ਲਈ ਵਰਤਿਆ ਗਿਆ। ਇੱਥੇ ਸ਼ਬਦ ਹੈ ਮੈਂ ਹਰ ਦਰਸ਼ਨ ਸੁਖ ਹੋਏ। ਗੱਲ ਉਸ ਅਕਾਲ ਪੁਰਖ ਦੇ ਦਰਸ਼ਨਾਂ ਦੀ ਹੈ ਜਿਸ ਕਾਰਨ ਮਨੁੱਖ ਮਨ ਕਰਕੇ ਸੁਖੀ ਹੁੰਦਾ ਹੈ। ਲੇਕਿਨ ਪ੍ਰਸ਼ਨ ਇਹ ਹੈ ਕਿ ਦਰਸ਼ਨ ਕਿਹੜੇ, ਕਿਸ ਦੇ, ਕਿਸ ਤਰ੍ਹਾਂ? ਦਰਸ਼ਨ ਕਿਸ ਦੇ? ਤਾਂ ਸਪਸ਼ਟ ਹੈ ਕਿ ਅਕਾਲ ਪੁਰਖ ਦੇ। ਲੇਕਿਨ ਜਿਹੜਾ ਨਿਰੰਕਾਰ ਹੈ ਉਸ ਦੇ ਦਰਸ਼ਨ ਕਿਵੇਂ ਹੋਣ? ਕਿਉਂਕਿ ਜਿਸ ਦੇ ਕੋਲ ਆਕਾਰ ਹੈ ਉਸ ਦੇ ਦਰਸ਼ਨ ਤਾਂ ਮਨੁੱਖ ਕਰ ਸਕਦਾ ਕਦੀ ਵੀ, ਕਿਸੇ ਵਕਤ ਵੀ। ਇਸੇ ਕਰਕੇ ਮਨੁੱਖ ਅਸਲ ਦੇ ਵਿੱਚ ਗੁਰੂ ਗਿਆਨ ਫਲਸਫੇ ਨੂੰ ਜਾਂ ਧਰਮ ਦੇ ਫਲਸਫੇ ਨੂੰ ਨਹੀਂ ਸਮਝਿਆ। ਉਸਨੇ ਕੀ ਕੀਤਾ? ਉਸਨੇ ਪਰਮਾਤਮਾ ਦਾ ਇੱਕ ਆਕਾਰ ਬਣਾ ਦਿੱਤਾ ਪੱਥਰ ਰੂਪ ਦੇ ਵਿੱਚ, ਉਸ ਨੂੰ ਭਗਵਾਨ ਕਹਿ ਦਿੱਤਾ। ਦਰਸ਼ਨ ਦਾ ਮਤਲਬ ਵੀ ਫਿਰ ਕਈ ਤਰੀਕੇ ਦੇ ਨਾਲ ਹੈ। ਇੱਕ ਦਰਸ਼ਨ ਫਲਸਫਾ ਵੀ ਹੈ ਜਿਹਨੂੰ ਆਪਾਂ ਫਿਲਾਸਫੀ ਕਹਿੰਦੇ ਹਾਂ। ਅੱਖਰੀ ਅਰਥ ਦਰਸ਼ਨ ਦਾ ਦੀਦਾਰ ਹੈ। ਮਨੁੱਖ ਦਾ ਜਿਹੜਾ ਦਰਸ਼ਨ ਬੋਧ ਹੈ ਉਹ 6 ਤਰੀਕੇ ਦੇ ਨਾਲ ਲਿਖਿਆ ਗਿਆ ਹੈ ਔਰ ਇਹ 6 ਤਰੀਕੇ ਭੇਖ ਨੇ, ਕਿਉਂਕਿ ਭੇਖ ਰਾਹੀਂ ਮਨੁੱਖ ਜਦੋਂ ਕਿਸੇ ਨੂੰ ਦੇਖਦਾ ਹੈ ਤਾਂ ਉਸ ਦੀ ਸਰੀਰਕ ਪਹਿਚਾਣ ਉਹ ਕਰ ਲੈਂਦਾ। ਕਿਸੇ ਨੂੰ ਭਗਵੇ ਦੇ ਵਿੱਚ ਦੇਖਿਆ ਤੇ ਉਸ ਨੂੰ ਕਹਿ ਦਿੰਦਾ ਕਿ ਜੋਗੀ ਹੈ, ਸੰਤ ਹੈ, ਜੰਗਮ ਹੈ, ਸੰਨਿਆਸੀ ਹੈ, ਬੋਧੀ ਹੈ, ਸਰੇਵੜੇ ਹੈ, ਬੈਰਾਗੀ ਹੈ।
ਭੇਖ ਕਾਰਨ ਹੀ ਮਨੁੱਖ ਸੰਸਾਰ ਦੇ ਵਿੱਚ ਵਿਚਰਨਾ ਚਾਹੁੰਦਾ, ਭੇਖ ਕਰਕੇ ਹੀ ਪ੍ਰਵਾਨ ਹੋਣਾ ਚਾਹੁੰਦਾ, ਭੇਖ ਕਰਕੇ ਹੀ ਚਾਹੁੰਦਾ ਮੇਰੀ ਪਹਿਚਾਣ ਬਣੇ, ਔਰ ਇਸ ਕਰਕੇ ਉਹ ਪਰਮਾਤਮਾ ਦਾ ਵੀ ਇੱਕ ਭੇਖ ਬਣਾ ਲੈਂਦਾ। ਕੋਈ ਪੱਥਰ ਦਾ ਬਣਾ ਰਿਹਾ, ਕੋਈ ਕਿਸੇ ਕਿਸਮ ਦਾ ਬਣਾ ਰਿਹਾ। ਔਰ ਦਰਸ਼ਨ ਦਾ ਮਤਲਬ ਸ਼ਾਸਤਰ ਵੀ ਹੈ, ਜਿਹਨੂੰ ਆਪਾਂ ਫਿਲਾਸਫੀ ਕਹਿੰਦੇ ਹਾਂ। 6 ਸ਼ਾਸਤਰ ਨੇ, ਸਾਖ, ਨਿਆਏ, ਵੈਸ਼ਾਸਿਕ, ਮੀਮਾਂਸਾ, ਯੋਗ ਔਰ ਵਿਦਾਂਤ। ਪਾਤਸ਼ਾਹ ਤੀਜੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 67 ਉੱਪਰ ਇਹਦਾ ਜ਼ਿਕਰ ਕੀਤਾ, ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ। ਹੁਣ ਉੱਥੇ ਦਰਸ਼ਨ ਦੀਦਾਰ ਨਹੀਂ ਹੈ, ਇੱਥੇ ਦਰਸ਼ਨ ਦੀਦਾਰ ਹੈ, ਜਿਹੜਾ ਅੱਜ ਅਸੀਂ ਪਾਵਨ ਹੁਕਮਨਾਮਾ ਸਾਹਿਬ ਜੀ ਦਾ ਸ਼ਬਦ ਰੂਪ ਵਿੱਚ ਅਧਿਐਨ ਕਰ ਰਹੇ। ਉੱਥੇ ਦਰਸ਼ਨ ਕੀ ਹੈ? ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ। ਉੱਥੇ ਦਰਸ਼ਨ ਉਹ ਫਲਸਫਾ ਜਿਹੜਾ ਜੋਗੀ ਦੇ ਕੋਲ ਹੈ, ਜੰਗਮ ਦੇ ਕੋਲ ਹੈ, ਸੰਨਿਆਸੀ ਦੇ ਕੋਲ ਹੈ, ਜਿਹੜਾ ਕਿ ਭਰਮ ਭੁਲੇਖੇ ਵਿੱਚ ਪਾ ਰਿਹਾ। ਫਲਸਫਾ ਤਾਂ ਉਹ ਜਿਹੜਾ ਪ੍ਰਵਾਨ ਹੋਵੇ, ਫਿਲਾਸਫੀ ਤਾਂ ਉਹ, ਦਰਸ਼ਨ ਤਾਂ ਉਹ ਜਿਹੜਾ ਪ੍ਰਵਾਨ ਹੋਵੇ, ਸਿਧਾਂਤ ਤਾਂ ਉਹ ਜਿਹੜਾ ਪ੍ਰਵਾਨ ਹੋਵੇ। ਨਹੀਂ ਤਾਂ ਮਨੁੱਖ ਤਾਂ ਆਪਣੇ ਸਿਧਾਂਤ ਬਣਾਉਂਦਾ ਰਹਿੰਦਾ ਹੈ। ਤਾਂ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਦੇ ਦਰਸ਼ਨ ਦੀ ਗੱਲ ਕੀਤੀ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਹ ਤਾਂ ਗੱਲ ਸਪਸ਼ਟ ਹੈ ਕਿ ਦਰਸ਼ਨਾਂ ਤੋਂ ਬਾਅਦ ਇੱਕ ਸੁੱਖ ਹੋਵੇਗਾ, ਜਿਸ ਨੂੰ ਦਰਸ਼ਨ ਹੋ ਗਏ। ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਆਪਾਂ ਜਿਸ ਨੂੰ ਯਾਦ ਕਰ ਰਹੇ ਹੁੰਦੇ ਹਾਂ, ਜੇ ਉਹ ਸਾਹਮਣੇ ਆ ਜਾਵੇ, ਜਾਂ ਫਿਰ ਆਮ ਜ਼ਿੰਦਗੀ ਦੇ ਵਿੱਚ ਜਿਸ ਨੂੰ ਆਪਾਂ ਪਿਆਰ ਕਰ ਰਹੇ ਹੁੰਦੇ ਹਾਂ, ਉਸ ਦੇ ਦਰਸ਼ਨ ਆਪਾਂ ਕਰ ਹੀ ਰਹੇ ਹੁੰਦੇ ਹਾਂ। ਕਿਉਂਕਿ ਜਿਸ ਨੂੰ ਯਾਦ ਕਰ ਰਹੇ ਹੁੰਦੇ ਹਾਂ, ਉਸ ਦੀ ਮੂਰਤ ਵੀ ਮਨ ਵਿੱਚ, ਕਿਉਂਕਿ ਜਿਸ ਨੂੰ ਵੀ ਤੁਸੀਂ ਯਾਦ ਕਰਦੇ ਹੋ, ਅਲਟੀਮੇਟਲੀ ਉਸ ਦੀ ਮੂਰਤ ਜ਼ਹਿਨ ਦੇ ਵਿੱਚ ਬਣ ਜਾਂਦੀ ਹੈ। ਜੇ ਦੇਖਿਆ ਹੋਏ ਤਾਂ ਐਗਜ਼ੈਕਟ ਬਣ ਜਾਂਦੀ ਹੈ, ਨਹੀਂ ਦੇਖਿਆ ਹੋਏ ਤਾਂ ਕਾਲਪਨਿਕ ਬਣ ਜਾਂਦੀ ਹੈ। ਆਪ ਕਦੀ ਵੀ ਨੋਟ ਕਰਿਓ ਇਸ ਗੱਲ ਨੂੰ। ਆਪ ਨੇ ਜੇ ਮੈਨੂੰ ਦੇਖਿਆ ਹੈ ਤਾਂ ਯਾਦ ਕਰੋਗੇ ਤਾਂ ਜ਼ਹਿਨ ਦੇ ਵਿੱਚ ਤਸਵੀਰ ਸਹੀ ਬਣੇਗੀ। ਜੇ ਨਹੀਂ ਦੇਖਿਆ ਤਾਂ ਕਾਲਪਨਿਕ ਬਣ ਜਾਏਗੀ ਕਿ ਇਸ ਤਰ੍ਹਾਂ ਦਾ ਹੋਏਗਾ, ਇਸ ਤਰ੍ਹਾਂ ਦਾ ਹੋਏਗਾ। ਤਸਵੀਰ ਜ਼ਰੂਰ ਬਣੇਗੀ, ਤਸਵੀਰ ਦਾ ਤਸੱਵਰ ਜ਼ਰੂਰ ਹੋਏਗਾ। ਲੇਕਿਨ ਅਕਾਲ ਪੁਰਖ ਦੇ ਦਰਸ਼ਨ ਕਿਹੜੇ ਨੇ? ਜਿਸ ਦਾ ਕੋਈ ਰੂਪ ਹੀ ਨਹੀਂ ਹੈ, ਜਿਹੜਾ ਹੈ ਹੀ ਨਿਰੰਕਾਰ, ਜਿਹੜਾ ਹੈ ਹੀ ਘਟ ਘਟ ਦੇ ਵਿੱਚ ਸਮਾਇਆ ਹੋਇਆ। ਦੇਖਣ ਦਾ ਸਾਧਨ ਕੀ ਹੈ? ਪਹਿਲੀ ਗੱਲ ਤਾਂ ਆਪਾਂ ਇਹ ਸਪਸ਼ਟ ਕਰ ਲਈਏ ਕਿ ਦੇਖਣ ਦਾ ਸਾਧਨ ਕੀ? ਦੇਖਣ ਦਾ ਸਾਧਨ ਹੈ ਨੇਤਰ, ਅੱਖਾਂ। ਅੱਖਾਂ ਹੀ ਦੇਖਣ ਦਾ ਸਾਧਨ ਨੇ ਨਾ। ਜਿਵੇਂ ਸੂਹੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ, ਪਾਤਸ਼ਾਹ ਪੰਚਮ ਨੇ, ਦਰਸ਼ਨ ਕੋ ਸਭ ਲੋਚੇ ਕੋਈ। ਸਾਰੇ ਦੇਖਣਾ ਚਾਹੁੰਦੇ ਨੇ ਉਸ ਅਕਾਲ ਪੁਰਖ ਨੂੰ। ਤੋ ਜਿਹੜਾ ਹਿੰਦੂ ਮਤ ਦਾ ਕਾਵਿ ਗ੍ਰੰਥ ਹੈ, ਉਸ ਦੇ ਵਿੱਚ ਦਰਸ਼ਨ ਦੇ 4 ਤਰੀਕੇ ਲਿਖੇ ਨੇ, 4 ਪ੍ਰਕਿਰਿਆਵਾਂ ਲਿਖੀਆਂ ਨੇ। ਬਲਕਿ ਤਰੀਕੇ ਨੂੰ ਆਪਾਂ ਪ੍ਰਕਿਰਿਆਵਾਂ ਦੇ ਵਿੱਚ ਜੇ ਲਈਏ ਤਾਂ ਜ਼ਿਆਦਾ ਗੱਲ ਸਪਸ਼ਟ ਹੋਏਗੀ। ਉਹ ਕਹਿੰਦੇ ਨੇ ਪਹਿਲਾ ਤਰੀਕਾ ਸ਼ਰਵਣ ਦਰਸ਼ਨ ਹੈ। ਹੁਣ ਸ਼ਰਵਣ ਦਰਸ਼ਨ ਕਿਹੜਾ ਹੈ? ਜਿਸ ਦਾ ਜਪਜੀ ਸਾਹਿਬ ਜੀ ਦੇ ਵਿੱਚ ਜ਼ਿਕਰ ਹੈ, ਸੁਣੀਏ ਲਾਗੇ ਸਹਿਜ ਧਿਆਨ। ਸੁਣਨ ਤੋਂ ਬਾਅਦ ਇੱਕ ਅਕਾਲ ਪੁਰਖ ਦੇ ਵੱਲ ਧਿਆਨ। ਹੁਣ ਉਸ ਨੂੰ ਉਹ ਕਹਿੰਦੇ ਨੇ ਕਿ ਕੰਨਾਂ ਰਾਹੀਂ ਦਰਸ਼ਨ ਹੋਇਆ। ਕਿਉਂਕਿ ਜ਼ਾਹਿਰ ਤੌਰ ਪਰ ਜਿਸ ਵਕਤ ਕੋਈ ਪ੍ਰਾਣੀ ਕਿਸੇ ਦੂਸਰੇ ਪ੍ਰਾਣੀ ਦੀ ਗੱਲ ਕਰਦਾ ਹੈ, ਤੁਹਾਡੇ ਕੋਲ ਆ ਕੇ ਕੋਈ ਮੇਰੀ ਗੱਲ ਕਰੇ ਜਾਂ ਕਿਸੇ ਦੀ ਵੀ ਗੱਲ ਕਰੇ, ਜਿਸ ਨੂੰ ਤੁਸੀਂ ਦੇਖਿਆ ਹੋਵੇ, ਤਾਂ ਝੱਟ ਉਸ ਵਕਤ ਸੁਣਨ ਤੋਂ ਬਾਅਦ ਵੀ ਉਸ ਦਾ ਧਿਆਨ ਜਿਹੜਾ, ਉਸ ਦੀ ਮੂਰਤ ਜਿਹੜੀ ਹੈ ਜ਼ਹਿਨ ਦੇ ਵਿੱਚ ਆ ਜਾਂਦੀ ਹੈ, ਸੁਣਨ ਤੋਂ ਬਾਅਦ ਵੀ। ਔਰ ਗੱਲ ਫਿਰ ਇੱਥੇ ਉਹੀ ਹੈ, ਸੁਣਨ ਤੋਂ ਬਾਅਦ ਵੀ ਜੇ ਦੇਖਿਆ ਹੋਏ ਤਾਂ ਐਗਜ਼ੈਕਟ ਮੂਰਤ ਦਿਮਾਗ ਦੇ ਵਿੱਚ ਬਣ ਜਾਏਗੀ, ਜੇ ਨਹੀਂ ਦੇਖਿਆ ਤਾਂ ਕਾਲਪਨਿਕ ਬਣ ਜਾਏਗੀ, ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਤੋ ਉਹ ਕਹਿੰਦੇ ਨੇ ਕਿ ਸਰਵਣ ਦਰਸ਼ਨ, ਜਿਹਦੇ ਵਿੱਚ ਅਕਾਲ ਪੁਰਖ ਪ੍ਰੀਤਮ ਦੇ ਰੱਬ ਦੇ ਗੁਣ ਰੂਪ ਸੁਣ ਕੇ ਹਿਰਦੇ ਦੇ ਵਿੱਚ ਇੱਕ ਮੂਰਤ ਬਣੇ। ਸੁਣੀਏ ਲਾਗੇ ਸਹਿਜ ਧਿਆਨ, ਔਰ ਉਸ ਪਰਮਾਤਮਾ ਵੱਲ ਧਿਆਨ ਚਲਿਆ ਜਾਵੇ, ਜਿਹਨੂੰ ਸਤਿਗੁਰੂ ਜੀ ਨੇ ਕਿਹਾ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਮਾਝ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਦਾ ਫਰਮਾਨ ਹੈ, ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਇਹ ਮਾਝ ਰਾਗ ਦੇ ਵਿੱਚ ਸ਼ਬਦ ਹੈ। ਦੂਸਰਾ ਕਿਹੜਾ ਹੈ? ਚਿੱਤ ਦਰਸ਼ਨ ਹੈ ਦੂਸਰਾ।
ਉਸ ਅਕਾਲ ਪੁਰਖ ਦੀ ਮੂਰਤ ਦਾ ਦੀਦਾਰ ਇਸ ਪੱਖੋਂ ਕਰਨਾ ਕਿ ਸਾਰੀ ਸ੍ਰਿਸ਼ਟੀ ਵਿੱਚ ਤੂੰ ਸਮਾਇਆ ਹੋਇਆ ਹੈ। ਇਹ ਸੋਚ ਮਨ ਦੇ ਵਿੱਚ ਡਿਵੈਲਪ ਕਰਨੀ, ਜਿਹਨੂੰ ਸਤਿਗੁਰੂ ਜੀ ਬਾਣੀ ਦੇ ਵਿੱਚ ਗੌਂਡ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਕਹਿੰਦੇ ਨੇ, ਗੁਰ ਕੀ ਮੂਰਤ ਮਨ ਮੇਂ ਧਿਆਨ। ਹੁਣ ਗੁਰੂ ਦੀ ਮੂਰਤ ਕਿਹੜੀ ਹੈ? ਕੱਲ੍ਹ ਵੀ ਆਪਾਂ ਵਿਚਾਰ ਕੀਤਾ ਸੀ। ਤੀਸਰਾ ਹੈ ਸੁਪਨ ਦਰਸ਼ਨ, ਸੁਪਨੇ ਦੇ ਵਿੱਚ ਦਰਸ਼ਨ। ਹੁਣ ਸੁਪਨੇ ਦੇ ਵਿੱਚ ਦਰਸ਼ਨ ਕਿਸ ਦੇ ਹੋਣਗੇ? ਜਿਸ ਦੀ ਆਪਾਂ ਕਲਪਨਾ ਤਾਂ ਕੀਤੀ ਹੈ ਪਰ ਦੇਖਿਆ ਨਹੀਂ, ਉਸ ਦੇ ਸੁਪਨੇ ਵਿੱਚ ਦਰਸ਼ਨ ਕਿਵੇਂ ਹੋ ਸਕਦੇ ਨੇ? ਸੁਪਨੇ ਦੇ ਵਿੱਚ ਹਮੇਸ਼ਾ ਹੀ ਦਰਸ਼ਨ ਉਸ ਦੇ ਹੋਣਗੇ ਜਿਸ ਨੂੰ ਆਪਾਂ ਕਦੀ ਨਾ ਕਦੀ ਕਿਤੇ ਨਾ ਕਿਤੇ ਦੇਖਿਆ ਹੋਇਆ। ਸਤਿਗੁਰੂ ਜੀ ਇਸ ਨੂੰ ਪਵਿੱਤਰ ਬਾਣੀ ਦੇ ਵਿੱਚ ਕਹਿੰਦੇ ਨੇ, ਗੌਂਡ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਦੀ ਬਾਣੀ ਹੈ, ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਪਿਰ ਮਿਲਿਆ। ਸੁਣ ਸਖੀਏ ਮੇਰੀ ਨੀਂਦ ਭਲੀ। ਹੁਣ ਇਹ ਕਿਹੜੀ ਨੀਂਦ ਹੈ? ਕਿਉਂਕਿ ਗੁਰਮਤਿ ਦੇ ਵਿੱਚ ਫਿਰ ਦੋ ਕਿਸਮ ਦੀਆਂ ਨੀਂਦਾਂ ਦਾ ਜ਼ਿਕਰ ਕੀਤਾ ਹੈ। ਇੱਕ ਨੀਂਦ ਗਫਲਤ ਦੀ ਨੀਂਦ ਹੈ, ਜਿਸ ਦੇ ਵਿੱਚ ਮਨੁੱਖ ਸਰੀਰਕ ਰੂਪ ਦੇ ਵਿੱਚ ਤਾਂ ਜਾਗ ਰਿਹਾ ਹੈ, ਪਰ ਸੰਸਾਰਕ ਰੂਪ ਦੇ ਵਿੱਚ, ਸਰੀਰਕ ਰੂਪ ਦੇ ਵਿੱਚ ਜਾਗਦੇ ਹੋਇਆਂ ਵੀ ਕਿਉਂਕਿ ਉਹ ਗੁਰੂ ਸਿਧਾਂਤ ਨੂੰ ਨਹੀਂ, ਅਕਾਲ ਪੁਰਖ ਦੇ ਸਿਧਾਂਤ ਨੂੰ ਨਹੀਂ ਸਮਝ ਰਿਹਾ, ਇਸ ਕਰਕੇ ਸੁਪਤ ਅਵਸਥਾ ਦੇ ਵਿੱਚ ਹੈ, ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ। ਹੁਣ ਜਿਸ ਤਰ੍ਹਾਂ ਮਨੁੱਖ ਗੁਨਾਹ ਕਰ ਰਹੇ, ਉਹ ਸੁਪਤ ਅਵਸਥਾ ਦੇ ਵਿੱਚ ਹੀ ਹੈ। ਨਰ ਅਚੇਤ ਪਾਪ ਤੇ ਟਰ ਰਹੇ, ਅਚੇਤ ਅਵਸਥਾ, ਉਹਨੂੰ ਗਫਲਤ ਸੁਪਤ ਅਵਸਥਾ ਕਿਹਾ ਗਿਆ। ਲੇਕਿਨ ਇੱਕ ਨੀਂਦ, ਜਿਵੇਂ ਸਰੀਰਕ ਰੂਪ ਦੇ ਵਿੱਚ ਮਨੁੱਖ ਸੁੱਤਾ ਹੋਇਆ ਤਾਂ ਉਸ ਨੂੰ ਇੱਕ ਮਜ਼ਾ ਆ ਰਿਹਾ ਹੁੰਦਾ, ਉਸ ਨੂੰ ਉਠਾਓ, ਉਸ ਦਾ ਉੱਠਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਮਜ਼ਾ ਆ ਰਿਹਾ ਹੁੰਦਾ। ਔਰ ਜੇ ਉਸੇ ਨੀਂਦ ਦੇ ਵਿੱਚ ਕਿਸੇ ਆਪਣੇ ਦਾ ਉਹ ਸੁਪਨਾ ਲੈ ਰਿਹਾ ਤਾਂ ਜੇ ਉਸ ਨੂੰ ਉਠਾ ਦਿੱਤਾ ਜਾਵੇ ਤਾਂ ਉਸ ਨੂੰ ਹੋਰ ਭੈੜਾ ਲੱਗਦਾ। ਯਾਰ ਮੈਂ ਤਾਂ ਇੰਨਾ ਵਧੀਆ ਸੁਪਨਾ ਲੈ ਰਿਹਾ ਸੀ, ਤੂੰ ਜਗਾਤਾ। ਪਹਿਲਾਂ ਤੋਂ ਨੀਂਦ ਤੋਂ ਜਾਗਣਾ ਨਹੀਂ ਚਾਹੁੰਦਾ, ਫਿਰ ਜੇ ਕੋਈ ਖੂਬਸੂਰਤ ਸੁਪਨਾ ਆ ਰਿਹਾ ਹੋਵੇ। ਸਤਿਗੁਰ ਕਹਿੰਦੇ ਨੇ, ਆਓ ਸੁਹਾਗੜੀ ਨੀਂਦੜੀਏ ਮਤ ਫਿਰ ਦੇਖਾ ਸੋਏ। ਕਿਸੇ ਤਰੀਕੇ ਦੇ ਨਾਲ ਸੁਹਾਗੜੀ ਉਹ ਨੀਂਦ ਆ ਜਾਵੇ। ਹੁਣ ਉਹ ਨੀਂਦ ਕਿਹੜੀ ਹੈ? ਉਹ ਨੀਂਦ ਸਰੀਰਕ ਰੂਪ ਦੇ ਵਿੱਚ ਭਾਵੇਂ ਮਨੁੱਖ ਉਸ ਵਕਤ ਜਾਗ ਵੀ ਰਿਹਾ, ਪਰ ਕਿਉਂਕਿ ਕਲਪਨਾ ਕਰਕੇ ਉਹ ਆਪਣੇ ਪਰਮਾਤਮਾ ਨੂੰ ਆਰਾਧ ਰਿਹਾ, ਧਿਆਨ ਰਿਹਾ ਕਿ ਸਾਰੀ ਸ੍ਰਿਸ਼ਟੀ ਵਿੱਚ ਤੂੰ ਸਮਾਇਆ ਹੋਇਆ। ਕਿਉਂਕਿ ਅੱਗੇ ਚੱਲ ਕੇ ਸਤਿਗੁਰ ਨੇ ਸਰਬ ਵਿਆਪਕ ਸ੍ਰਿਸ਼ਟੀ ਵਿੱਚ ਸਮਾਏ ਹੋਏ ਉਸ ਪਰਮਾਤਮਾ ਦੀ, ਅਕਾਲ ਪੁਰਖ ਦੀ ਗੱਲ ਕਰਨੀ ਹੈ। ਆਖਰੀ ਦਰਸ਼ਨ ਉਹ ਕਹਿੰਦੇ ਨੇ ਪ੍ਰਤੱਖਿਆ ਦਰਸ਼ਨ, ਪ੍ਰਤਕਸ਼, ਜਿਹਨੂੰ ਸਾਫ਼ ਸਰਿਆਮ ਦਰਸ਼ਨ ਕਹਿੰਦੇ ਆਪਣੇ। ਇਸ ਦਾ ਵੀ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪਾਤਸ਼ਾਹ ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ, ਅਦਿਸ਼ਟ ਅਗੋਚਰ ਅਲਖ ਨਿਰੰਜਨ ਮੈਂ ਦੇਖਿਆ ਗੁਰਮੁਖ ਆਖੀ। ਗੁਰਮੁਖ ਦੇ ਰੂਪ ਦੇ ਵਿੱਚ ਪਰਮਾਤਮਾ ਨੂੰ ਮੈਂ ਦੇਖ ਲਿਆ, ਕਿਉਂਕਿ ਗੁਰਮੁਖ ਨੂੰ ਜਦੋਂ ਗੁਰਮੁਖਤਾ ਵਾਲੇ ਕਰਮ ਕਰਦਿਆਂ ਮੈਂ ਦੇਖਿਆ, ਜਦੋਂ ਗੁਰਮੁਖ ਨੂੰ ਸੇਵਾ ਕਰਦਿਆਂ ਮੈਂ ਦੇਖਿਆ। ਇਹੋ ਕਾਰਨ ਹੈ ਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜਿਸ ਵਕਤ ਕੁਝ ਸੰਨਿਆਸੀ, ਕੁਝ ਯੋਗੀ ਆ ਗਏ ਕਰਤਾਰਪੁਰ ਵਿਖੇ, ਔਰ ਉਹਨਾਂ ਨੇ ਦੇਖਿਆ ਕਿ ਸਤਿਗੁਰ ਵੀ ਖੇਤੀ ਕਰ ਰਹੇ ਨੇ ਔਰ ਸਿੱਖ ਵੀ ਖੇਤੀ ਕਰ ਰਹੇ ਨੇ। ਹੁਣ ਉਹਨਾਂ ਨੇ ਦੂਰੋਂ ਖੇਤੀ ਕਰਦੇ ਉਹਨਾਂ ਨੂੰ ਦੇਖਿਆ। ਉਹ ਆਪਣੇ ਵੱਲੋਂ ਧਾਰ ਕੇ ਆਏ ਸਨ ਕਿ ਜਿਸ ਗੁਰੂ ਨਾਨਕ ਕੋਲੋਂ ਅਸੀਂ ਚੱਲੇ ਹਾਂ ਉੱਥੇ ਕੀ ਹੋਏਗਾ? ਉੱਥੇ ਜਗ੍ਹਾ ਜਗ੍ਹਾ ਧਾਗੇ ਲਟਕੇ ਹੋਣਗੇ, ਟਲੀਆਂ ਲਟਕੀਆਂ ਹੋਣਗੀਆਂ, ਘੰਟੀਆਂ ਟੰਗੀਆਂ ਹੋਣਗੀਆਂ, ਜਾਂ ਕੋਈ ਹੋਰ ਪਖੰਡ ਜਾਂ ਕੋਈ ਹੋਰ ਕਰਮਕਾਂਡ ਹੋ ਰਿਹਾ ਹੋਵੇਗਾ, ਕੋਈ ਆਰਤੀ ਉਤਾਰੀ ਜਾ ਰਹੀ ਹੋਏਗੀ, ਕੋਈ ਥਾਲ ਖੜਕਾਈ ਜਾ ਰਹੀ ਹੋਗੀ। ਉਹ ਆਪਣੇ ਵੱਲੋਂ ਇਹ ਸੋਚ ਕੇ ਆਏ ਨੇ ਔਰ ਦੇਖ ਰਹੇ ਨੇ ਕਿ ਉਹ ਅੱਗੇ ਤੋਂ ਖੇਤੀ ਕਰ ਰਹੇ ਨੇ, ਦਿਨ ਦਾ ਵੇਲਾ ਹੈ ਔਰ ਮੁਸ਼ੱਕਤ ਕਰ ਰਹੇ ਨੇ, ਕਿਉਂਕਿ ਖੇਤੀ ਬੜੀ ਮਿਹਨਤ ਦਾ ਕੰਮ ਹੈ, ਮੁਸ਼ੱਕਤ ਕਰ ਰਹੇ ਨੇ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਇਹ ਤਾਂ ਸਾਨਾਂ ਵਰਗੇ ਕੰਮ ਨੇ, ਇਹ ਤਾਂ ਸਾਨ ਪਾਲੇ ਹੋਏ ਨੇ ਤੁਸੀਂ। ਲੇਕਿਨ ਜਦੋਂ ਉਹ ਨੇੜੇ ਆਏ ਤਾਂ ਉਹ ਬਾਣੀ ਪੜ੍ਹ ਰਹੇ ਨੇ। ਉਹ ਫਿਰ ਸੋਚ ਰਹੇ ਨੇ ਕਿ ਕਿਰਤ ਕਰਦੇ ਹਾਂ, ਇਹ ਬਾਣੀ ਪੜ੍ਹ ਰਹੇ ਨੇ, ਇਹਦਾ ਮਤਲਬ ਕੁਛ ਤਾਂ ਹੋਏਗਾ। ਸਤਿਗੁਰੂ ਨੇ ਕੋਈ ਜਵਾਬ ਨਹੀਂ ਦਿੱਤਾ। ਪਾਤਸ਼ਾਹ ਕਹਿਣ ਲੱਗੇ, ਇਸ਼ਨਾਨ ਕਰੋ ਔਰ ਸ਼ਾਮ ਵਕਤ ਆਪਾਂ ਮਿਲਦੇ ਹਾਂ। ਸ਼ਾਮ ਵਕਤ ਲੰਗਰ ਛਕ ਲਿਓ, ਲੰਗਰ ਸ਼ਾਮ ਵਕਤ ਤਿਆਰ ਹੋਵੇਗਾ। ਸ਼ਾਮ ਵਕਤ ਫਿਰ ਉਹਨਾਂ ਨੂੰ ਸਾਖਿਆਤ ਰੂਪ ਦੇ ਵਿੱਚ ਬਾਣੀ ਪੜ੍ਹਦਿਆਂ, ਲੰਗਰ ਤਿਆਰ ਕਰਦਿਆਂ ਔਰ ਸੇਵਾ ਕਰਦਿਆਂ ਦੇਖਿਆ। ਤਾਂ ਸਤਿਗੁਰੂ ਕੋਲ ਮਾਫੀ ਮੰਗਣ ਆਏ ਕਿ ਪਾਤਸ਼ਾਹ ਭੁੱਲ ਹੋ ਗਈ,
ਤੁਸੀਂ ਤਾਂ ਇਨਸਾਨ ਪਾਲੇ ਹੋਏ ਨੇ। ਇਨਸਾਨ ਨਹੀਂ, ਇਹ ਇਨਸਾਨ ਨੇ, ਇਹ ਇਨਸਾਨ ਨੇ। ਕਿਉਂਕਿ ਦ੍ਰਿਸ਼ਟੀ ਬਦਲ ਗਈ ਨਾ। ਪਹਿਲਾਂ ਖੇਤੀ ਕਰਦਿਆਂ ਦੇਖਿਆ, ਦੂਰੋਂ ਦੇਖਿਆ, ਫਿਰ ਨੇੜਿਓਂ ਦੇਖਿਆ, ਬਾਣੀ ਪੜ੍ਹਦਿਆਂ ਦੇਖਿਆ, ਲੰਗਰ ਪਕਾਉਂਦਿਆਂ ਦੇਖਿਆ, ਤੇ ਕਹਿਣ ਲੱਗਾ ਸਤਿਗੁਰੂ ਇਨਸਾਨ ਪਾਲੇ ਹੋਏ ਨੇ। ਫਿਰ ਜਿਸ ਭਾਵਨਾ ਦੇ ਨਾਲ ਸੇਵਾ ਕਰਦਿਆਂ ਦੇਖਿਆ, ਬਗੈਰ ਕਿਸੇ ਭੇਦ ਦੇ, ਬਗੈਰ ਕਿਸੇ ਭਾਵ ਦੇ, ਨਾਲ ਜਾਪ ਕਰ ਰਹੇ ਨੇ, ਨਾਲ ਸੇਵਾ ਕਰ ਰਹੇ ਨੇ, ਤੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਸਤਿਗੁਰੂ ਤੁਸੀਂ ਤਾਂ ਦੇਵਤੇ ਪਾਲੇ ਹੋਏ ਨੇ, ਤਾਂ ਦੇਵਤੇ ਹੋ ਸਕਦੇ ਨੇ। ਇਹ ਮੈਂ ਸ਼ਾਰਟ ਦੇ ਵਿੱਚ ਸੁਣਾ ਰਿਹਾ, ਗਾਥਾ ਬਹੁਤ ਲੰਬੀ ਹੈ। ਸਤਿਗੁਰੂ ਕਹਿਣ ਲੱਗੇ ਠੀਕ, ਤੁਸੀਂ ਜੋ ਸਮਝ ਰਹੇ ਹੋ ਠੀਕ ਹੈ। ਹੁਣ ਇਜਾਜ਼ਤ ਮੰਗਣ ਆਏ ਨੇ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਰਾਤ ਦਾ ਵਕਤ ਹੈ, ਬਾਹਰ ਮੀਂਹ ਕਣੀ ਦਾ ਮੌਸਮ ਹੈ ਔਰ ਜੰਗਲ ਦਾ ਮਾਹੌਲ ਹੈ, ਹੋ ਸਕਦਾ ਡਾਕੂ ਆਦਮੀ ਮਿਲ ਜਾਣ, ਸੁਬਹ ਚਲੇ ਜਾਣਾ, ਸਵੇਰੇ ਚਲੇ ਜਾਣਾ। ਹੈ ਤਾਂ ਉਹ ਡਰਪੋਕ ਕਿਸਮ ਦੇ ਸਨ। ਉਹਨਾਂ ਨੇ ਕਿਹੜਾ ਕੋਈ ਅਧਿਐਨ ਕੀਤਾ ਹੋਇਆ ਸੀ, ਕਿਹੜਾ ਕੋਈ ਮਨ ਦੇ ਵਿੱਚ ਦ੍ਰਿੜਤਾ ਸੀ। ਹੈ ਕਰਮਕਾਂਡੀ ਸਨ। ਰਾਤ ਡਰ ਗਏ, ਸੌਂ ਗਏ। ਰਾਤ ਬਹੁਤ ਬਾਰਿਸ਼ ਹੁੰਦੀ ਰਹੀ। ਸੁਬਹ ਜਦੋਂ ਚੱਲਣ ਲੱਗੇ, ਗੁਰਸਿੱਖਾਂ ਨੂੰ ਉਸ ਤਰ੍ਹਾਂ ਹੀ ਸੇਵਾ ਕਰਦਿਆਂ ਦੇਖਿਆ, ਉਸ ਤਰ੍ਹਾਂ ਹੀ ਫਿਰ ਸਵੇਰ ਦਾ ਲੰਗਰ ਤਿਆਰ ਔਰ ਬਾਣੀ ਪੜ੍ਹਦਿਆਂ ਔਰ ਆਪਣੇ ਕੰਮ ਲਈ ਤਿਆਰ ਹੁੰਦਿਆਂ ਦੇਖਿਆ। ਉਹ ਵੀ ਤਿਆਰ ਹੋ ਕੇ ਚੱਲਣ ਲੱਗੇ। ਬਾਹਰ ਤਿਲਕਣ ਸੀ, ਰਸਤੇ ਤੋਂ ਅਣਜਾਣ ਸਨ। 5-6 ਤਾਂ ਉੱਦਾਂ ਹੀ ਤਿਲਕ ਕੇ ਡਿੱਗ ਪਏ, ਇੱਕ ਦੋ ਦੀ ਹੱਡੀ ਵੀ ਟੁੱਟ ਗਈ। ਸਤਿਗੁਰੂ ਨਾਨਕ ਦੇ ਸਿੱਖ ਉਹਨਾਂ ਨੂੰ ਪੂਰੀ ਸ਼ਰਧਾ ਦੇ ਨਾਲ ਚੁੱਕ ਕੇ ਪਿਆਰ ਦੇ ਨਾਲ ਅੰਦਰ ਲੈ ਆਏ। ਉਹਨਾਂ ਦੀ ਮਰਮ ਪੱਟੀ ਕੀਤੀ, ਉਹਨਾਂ ਦੀ ਸੇਵਾ ਕੀਤੀ, ਦੁੱਧ ਆਦਿ ਗਰਮ ਕਰਕੇ ਪਿਲਾਇਆ। ਤਾਂ ਫਿਰ ਪਾਤਸ਼ਾਹ ਨੂੰ ਕਹਿਣ ਲੱਗੇ ਸਤਿਗੁਰੂ ਇਹ ਸਾਨ ਵੀ ਨਹੀਂ, ਇਹ ਇਨਸਾਨ ਵੀ ਨਹੀਂ, ਇਹ ਦੇਵਤੇ ਵੀ ਨਹੀਂ, ਇਹ ਤਾਂ ਰੱਬ ਹੀ ਹੈ। ਕਿਉਂਕਿ ਰੱਬ ਹੀ ਐਸਾ ਹੋ ਸਕਦਾ ਹੈ। ਅਸੀਂ ਜਿਨ੍ਹਾਂ ਨੂੰ ਸਾਨ ਕਹਿ ਰਹੇ ਹਾਂ, ਉਹ ਸਾਡੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਰੱਖ ਰਹੇ। ਇਹ ਰੱਬ ਹੀ ਐਸਾ ਹੋ ਸਕਦਾ ਹੈ। ਇਸੇ ਕਰਕੇ ਬਾਬਾ ਕਬੀਰ ਜੀ ਨੇ ਸਪਸ਼ਟ ਕਹਿ ਦਿੱਤਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਿਉਂਕਿ ਉਸ ਤੋਂ ਉਰਾ ਸਮਝੌਤਾ ਨਹੀਂ ਹੋ ਸਕਦਾ। ਮਨੁੱਖ ਦੇ ਵਿੱਚ ਕੋਈ ਨਾ ਕੋਈ ਉਣਤਾਈ ਰਹਿ ਜਾਏਗੀ। ਇਸ ਕਰਕੇ ਮਨੁੱਖ ਕਦੀ ਵੀ ਬਖਸ਼ਿਆ ਨਹੀਂ ਜਾ ਸਕਦਾ। ਹਰ ਹੋ ਕੇ ਹੀ ਲੀਨ ਦੀ ਅਵਸਥਾ ਔਰ ਬਖਸ਼ਣ ਦੀ ਅਵਸਥਾ ਮਿਲੇਗੀ। ਨਾਨਕ ਲੀਨ ਪਇਓ ਗੋਬਿੰਦ ਸਿੰਘ। ਸਤਿਗੁਰੂ ਇਸ ਨੂੰ ਅਸਲ ਦਰਸ਼ਨ ਕਹਿੰਦੇ ਨੇ। ਆਦਿਸ਼ਟ ਅਗੋਚਰ ਅਲਖ ਨਿਰੰਜਨ ਮੈਂ ਦੇਖਿਆ ਗੁਰਮੁਖ ਆਖੀ। ਗੱਲ ਬਿਲਕੁਲ ਸਪਸ਼ਟ ਹੈ। ਦਰਸ਼ਨ ਕਰਨ ਵਾਲਾ ਚਾਹੀਦਾ ਹੈ। ਦਰਸ਼ਨ ਹੋਣ ਦੇ ਲਈ ਤਾਂ ਤਿਆਰ ਨੇ। ਬਲਿਹਾਰੀ ਕੁਦਰਤ ਵਸਿਆ। ਜਿੰਨੀ ਦੇਰ ਤੱਕ ਮਨੁੱਖ ਦਰਸ਼ਨ ਦੇ ਨਾਲ ਦਰਸ਼ਨ ਨਹੀਂ ਕਰੇਗਾ, ਭਾਵ ਫਲਸਫੇ ਦੇ ਨਾਲ ਦਰਸ਼ਨ ਨਹੀਂ ਕਰੇਗਾ, ਉਨੀ ਦੇਰ ਤੱਕ ਮਨ ਵਿੱਚ ਉਸ ਅਕਾਲ ਮੂਰਤ ਨਿਰਗੁਣ ਸਰੂਪ ਦਾ ਸਰਗੁਣ ਸਰੂਪ ਨਹੀਂ ਬਚੇਗਾ। ਕਿਉਂਕਿ ਨਿਰਗੁਣ ਆਪ, ਸਰਗੁਣ ਵੀ ਉਹੀ। ਦੋਨਾਂ ਹੀ ਹਾਲਾਤਾਂ ਦੇ ਵਿੱਚ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ ਕਿ ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਹਾਂ ਠੀਕ ਹੈ, ਇਹਨਾਂ ਤਿੰਨਾਂ ਗੁਣਾਂ ਤੋਂ ਪ੍ਰਭ ਭਿੰਨ ਹੈ। ਲੇਕਿਨ ਪਾਤਸ਼ਾਹ ਕਹਿੰਦੇ ਤਿਸੇ ਬੁਝਾਏ ਨਾਨਕਾ। ਔਰ ਜਿਸ ਵਕਤ ਬੁਝਾਇਆ ਗਿਆ ਤਾਂ ਫਿਰ ਬੁਝਣ ਤੋਂ ਬਾਅਦ ਮਿਲਿਆ ਕਿ ਉਹੀ ਜਿਸ ਨੂੰ ਸਤਿਗੁਰੂ ਨੇ ਕਿਹਾ ਕਿ ਰੂਪ ਨਾ ਰੇਖ ਨਾ ਰੰਗ ਕਿਛ, ਉਸੇ ਨੂੰ ਹੀ ਪਾਤਸ਼ਾਹ ਨੇ ਕਿਹਾ ਭਲਾ 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 ਤੇਰਾ ਰੂਪ। ਉਸੇ ਹੀ ਬਾਣੀ ਵਿੱਚ ਕਿਹਾ ਹੈ, ਉਸੇ ਹੀ ਸੁਖਮਨੀ ਵਿੱਚ ਕਿਹਾ ਹੈ। ਗੱਲ ਸਿਰਫ ਸਮਝਣ ਦੀ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਪ੍ਰਭੂ ਭਿੰਨ ਹੈ। ਜਿਸ ਦਾ ਕੋਈ ਰੂਪ ਨਹੀਂ, ਰੂਪ ਰੰਗ ਨਹੀਂ, ਰੂਪ ਰੇਖਾ ਨਹੀਂ। ਲੇਕਿਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ। ਤੇ ਜਦੋਂ ਬੁਝਾਇਆ ਗਿਆ, ਜਦੋਂ ਦਰਸ਼ਨ ਹੋਏ, ਤਾਂ ਉਸੇ ਨੇ ਹੀ ਫਿਰ ਕਿਹਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਤੇਰਾ ਰੂਪ ਭਲਾ ਹੈ। ਇਹ ਭਲਾ ਰੂਪ ਕੌਣ ਕਹਿ ਸਕਦਾ? ਜਿਹਨੇ ਦਰਸ਼ਨ ਕੀਤੇ ਨੇ। ਦਰਸ਼ਨ ਕਿਸ ਤਰ੍ਹਾਂ ਕੀਤੇ ਨੇ? ਭਲਾਈ ਦੇ ਦਰਸ਼ਨ, ਕਿ ਤੇਰੇ ਤੋਂ ਵੱਧ ਭਲਾ ਕੋਈ ਨਹੀਂ ਹੈ, ਇਹੋ ਹੀ ਉਸਦੇ ਦਰਸ਼ਨ ਨੇ। ਤੇਰੇ ਤੋਂ ਵੱਧ ਹੋਰ ਕੋਈ ਨਹੀਂ, ਇਹੋ ਹੀ ਉਸਦੇ ਦਰਸ਼ਨ ਨੇ। ਤੇਰੇ ਤੋਂ ਵੱਡਾ ਹੋਰ ਕੋਈ ਨਹੀਂ, ਇਹੋ ਹੀ ਤੇਰੇ ਦਰਸ਼ਨ ਨੇ। ਉੱਚੇ ਤੇ ਉੱਚਾ ਭਗਵੰਤ, ਇਹੋ ਹੀ ਤੇਰੇ ਦਰਸ਼ਨ ਨੇ। ਜਿਹੜਾ ਇਸ ਫਲਸਫੇ ਨੂੰ ਸਮਝ ਗਿਆ, ਉਹੀ ਸਮਝ ਸਕਦਾ ਹੈ ਕਿ ਹਮਰੀ ਵੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਈ। ਮੈਂ ਤੇਰੇ ਮੁਕਾਬਲੇ ਉੱਪਰ ਡੇਰੇ ਧਾਰ ਕੋਲ ਚਲਾ ਗਿਆ ਕਿ ਮੇਰਾ ਦੁੱਖ ਦੂਰ ਕਰ ਦੇ।
मैं तेरे मुकाबले उपर देहधारी कोल चला गया, मैं तेरे मुकाबले उपर किसी होर नूं थाप लिया कि शायद ये मेरा दुख दूर कर देगा। सतगुर कहते ने नहीं, दुख दूर करन दी समर्था केवल उसकी है जिस पासों दुख आया है। जिस पासों दुख आया ही क्यों है, मेरे कर्मां दे मुताबिक आया, जो मैं कीता सो मैं पाया। हमारी बेदन तू जानता साहा, अवर क्या जाने कोई होर कोई पखंडी नूं की पता, उन्हें तो अपने पैसे लेने ने। देहधारी नूं की पता, उन्हें तो अपना नाम चमकाउणा, मेरे डेरे नाल जुड़ गया। टूणेधारी नूं की पता, डेरेधारी नूं की पता वेदन की है। वेदन उही जानदा जिहड़ा आप समाया होया अंदर। सतगुर ने इस मुबारक पंक्ति नूं रहाव दे नाल जोड़िया ही ताकि गल अगे चल के ये स्पष्ट हो सके कि साचा साहब सच तू मेरे साहा, तेरा किया सच सब होए। गल बिल्कुल स्पष्ट है। मेरे साहा तू ही सच्चा साहब है, एक तू ही सच है, और सच यो ही है कि तेरा कीता होया ही है ये, और यो ही सच है कि तेरा ही कीता होया सब कुछ। झूठा किसको आखिए साहा दूजा ना ही कोई। पातशाह कहते हैं मैं किसी होर नूं देखिया ही नहीं तेरे मुकाबले उपर। लोग कह सकते हैं कि फलाना झूठा है, वो पाखंड करता है, लोग कुछ भी कह सकते हैं, पर मैं किसी होर नूं देखिया ही नहीं, क्यों तेरे मुकाबले कोई होर है ही नहीं। सतगुर पातशाह गुरु तेग बहादुर महाराज जी दे कोल जिस वक्त सतगुरु आनंदपुर साहब की उसारी करवा रहे सन, तो एक मुसलमान फकीर आया, उसने पातशाह नूं कहा कि तौहीद की है, तौहीद का की अर्थ है, क्योंकि मुसलमान तौहीद का अर्थ बड़ा इस्तेमाल करते हैं। सतगुर कहने लगे कि जिस धर्म दे विच तू विचर रही है उस दे विच ही शब्द इस्तेमाल हुंदा है, तू दस दे। कहंदा पातशाह मैं आप पासों जानन आया। सतगुर कहते हैं कि मैनू पता है कि जो तू कहना है मैं तेनों उस दे विच कुरैक्ट करना है, क्योंकि हो सकता है कि तू इसका मतलब गलत समझिया होवे, तू दस। कहने लगा सतगुर इसका मतलब है कि एक तो बिना किसी दूसरे नूं नहीं मनना। पातशाह कहने लगे इत्थे ही तू गलत है। तौहीद का मतलब है केवल एक नूं मनना, दूसरे का ख्याल ही क्यों आवे, तू दूसरे का नाम ही क्यों लिया, दूसरे का तो ख्याल ही नहीं आना चाहिए। मैं क्यों किसी दूसरे नूं कहा, मैं तो किसी नूं देखिया ही नहीं, मैं तो एक सच्चे नूं देखिया। बस जिस सच्चे नूं देखिया उस सच्चे लिए ही पुकार कीती है, उत्थे सच्चो ही सच, उस जगह उपर सच्चो ही सच चुण वख कड़े जजमा लिया, निबड़ेगा ही सच। क्योंकि सबना विच तू वरतदा साहा, सब तुझे ते आवे दिन रात। सबना विच तू वरतदा है, लेकिन वो सब जेड़े समझ गए ने इस गल नूं कि सबना विच तू वरतदा है, वो सब तुझे ध्यावे दिन रात, वो सारे तेनों ध्याउंदे ने। ऐसे वो सब तुझ ही थावें थामों मंगदे मेरे साहा, तू सब ना करे एक दात। ਉਹੀ ਸਾਰੇ ਫਿਰ ਜਿਹੜੇ ਸਮਝਦੇ ਨੇ ਇਸ ਗੱਲ ਨੂੰ ਉਹ ਫਿਰ ਤੇਰੇ ਪਾਸੋਂ ਹੀ ਮੰਗਦੇ ਨੇ, ਕਿਉਂਕਿ ਉਹਨਾਂ ਲਈ ਦੂਜਾ ਕੋਈ ਹੋਰ ਹੁੰਦਾ ਹੀ ਨਹੀਂ। ਉਹ ਕਿਸ ਕੋਲ ਜਾਣਗੇ, ਹੋਰ ਦਰ ਕਿਹੜਾ। ਇਸ ਕਰਕੇ ਇੱਕ ਤੂੰ ਔਰ ਤੇਰੇ ਪਾਸ ਹੀ ਬਸ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। क्योंकि सबको तुझ ही विच है मेरे साहा, तुझ ते बाहर कोई ना है। पातशाह कहते जदों इस गल नूं मैं समझिया तो इस गल की सोझी आई कि सबको तुझ ही विच है मेरे साहा, तुझ ते बाहर कोई ना है, सब जी तेरे तू सबसदा मेरे साहा, सब तुझ ही माह समाहे। सब जीवां दे विच मौजूद एक अकाल पुरख, दिन रात तेरे ध्यान दे विच ਉਹ सब ਜਿਹੜੇ तेरे इस सच ਨੂੰ समझ गए ने मेरे पातशाह, सारे जीव फिर तेरे पास ही आउणगे ਜਿਹੜੇ ਤੈਨੂੰ ਇਹ ਸਮਝਣਗੇ। ਜਿਹੜੇ ਦੂਸਰੇ ਨੂੰ तेरे मुकाबले मनण ਲਈ ਤਿਆਰ ਹੀ ਨਹੀਂ, ਉਹ ਕਿਵੇਂ ਦੂਸਰੇ ਕੋਲ ਚਲੇ ਜਾਣਗੇ। ਦੂਸਰੇ ਕੋਲ ਤਾਂ ਉਹ ਜਾਣਗੇ ਜਿਹੜੇ ਤੈਨੂੰ ਮੰਨਣ ਲਈ ਤਿਆਰ ਨਹੀਂ। क्योंकि
ਸਤਿਗੁਰ ਕਹਿੰਦੇ ਨੇ, ਮੈਂ ਇੰਨਾ ਜਾਣਦਾ ਕਿ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਅਗਰ ਕੋਈ ਹੈ ਤਾਂ ਉਹ ਕੇਵਲ ਇੱਕ ਅਕਾਲ ਪੁਰਖ, ਉਸ ਤੋਂ ਇਲਾਵਾ ਹੋਰ ਕੋਈ ਨਹੀਂ, ਕਿਉਂਕਿ ਹੋਰ ਕੋਈ ਹੋ ਵੀ ਨਹੀਂ ਸਕਦਾ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੇ ਮੇਰੇ ਸਾਹ। ਉਹਨਾਂ ਸਾਰਿਆਂ ਦੀ ਜਿਹੜੇ ਤੇਰੇ ਸੱਚ ਨੂੰ ਸਮਝ ਗਏ ਨੇ, ਕੀ ਸਮਝੇ ਨੇ ਕਿ ਹਰ ਇੱਕ ਜੀਵ ਵਿੱਚ ਤੇਰਾ ਹੁਕਮ ਹੈ, ਹਰ ਜੀਵ ਤੇਰੇ ਹੁਕਮ ਦੇ ਵਿੱਚ ਹੈ, ਤੇ ਇੱਥੋਂ ਆ ਕੇ ਕੋਈ ਜੀਵ ਹੋ ਹੀ ਨਹੀਂ ਸਕਦਾ, ਕੋਈ ਰਹਿ ਹੀ ਨਹੀਂ ਸਕਦਾ। ਮੇਰੇ ਪਾਤਸ਼ਾਹ, सबना की तू आस है, एक आस हर मन रखो। जिसने एक तेरे उपर आस रखी है ਉਹੀ ਤੈਨੂੰ ਅਸਲ ਦੇ ਵਿੱਚ ਧਿਆ ਸਕਿਆ ਹੈ। ਮੇਰੇ ਪਿਆਰੇ, ਸਭ ਤੁਝੇ ਧਿਆਵੇ ਮੇਰੇ ਸਾਹ, ਉਹੀ ਤੈਨੂੰ ਧਿਆ ਸਕਣਗੇ। ਸਤਿਗੁਰ ਫਿਰ ਆਖਰੀ ਮੁਬਾਰਕ ਪੰਕਤੀ ਦੇ ਵਿੱਚ ਇਸ ਗੱਲ ਦਾ ਨਿਸ਼ਕਰਸ਼ ਕੱਢਦੇ ਨੇ ਕਿ ਜੋ ਭਾਵੇ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਮੇਰੇ ਪਿਆਰੇ ਪਾਤਸ਼ਾਹ, ਮੇਰੇ ਅਕਾਲ ਪੁਰਖ, ਸਭਨਾ ਜੀਵਾਂ ਦੀ ਆਸ ਤੇਰੇ ਉੱਪਰ ਹੈ, ਤੂੰ ਆਸਾਂ ਪੂਰੀਆਂ ਕਰਨ ਵਾਲਾ ਹੈ। ਤੇਰਾ ਧਿਆਨ ਧਰਦੇ ਨੇ ਉਹ ਜਿਹਨੇ ਸਭ ਤੈਨੂੰ ਸਮਝਦੇ ਨੇ। ਸਤਿਗੁਰ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਹੇਠ ਪਾਤਸ਼ਾਹ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਮੈਂ ਜਿਵੇਂ ਤੈਨੂੰ ਚੰਗਾ ਲੱਗੇ ਪਰਮਾਤਮਾ ਅਕਾਲ ਪੁਰਖ, ਤਿਵੇਂ ਹੀ ਤੂੰ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ, ਆਪਣੇ ਨਾਲ ਜੋੜ, ਆਪਣੀ ਪ੍ਰੀਤ ਬਖਸ਼, ਕਿਉਂਕਿ ਇੰਨਾ ਕੁ ਮੈਂ ਸਮਝ ਸਕਿਆ ਕਿ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਔਰ ਤੇਰੇ ਪਾਸ ਹੀ ਅਰਦਾਸ ਹੈ, ਕਿਉਂਕਿ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਅਸਲ ਦੇ ਵਿੱਚ ਇਹੋ ਹੀ ਹੈ ਉਸ ਦੇ ਦਰਸ਼ਨ ਦੀ ਵਿਧੀ, ਇਹੋ ਹੀ ਹੈ ਉਸ ਦਾ ਦਰਸ਼ਨ ਕਰਮ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੇ ਕੋਏ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਸ਼ੁਕਰਾਨਾ। ਪਵਿੱਤਰ ਪਾਵਨ ਹੁਕਮਨਾਮਾ ਸਾਹਿਬ ਜੀ ਦੇ ਉੱਤੇ ਵਿਚਾਰ ਕਰਦੇ ਹਾਂ। ਆਪ ਜੀ ਦੇ ਦਾਸ ਪਾਸੋਂ ਨੇ ਕਈ ਪ੍ਰਕਾਰ ਦੀਆਂ ਜੋ ਭੁੱਲਾਂ ਚੁੱਕਾਂ ਗੁਸਤਾਖੀਆਂ ਹੋ ਗਈਆਂ ਨੇ, ਉਸ ਦੇ ਲਈ ਆਪ ਜੀ ਦਾ ਦਾਸ ਦੋਵੇਂ ਹੱਥ ਜੋੜ ਕੇ ਆਪ ਤੋਂ ਖਿਮਾ ਮੰਗਦਾ। ਫਰੋਲਦੇ ਹਾਂ ਜੀ ਅੱਜ ਦੇ ਇਤਿਹਾਸਕ ਦਿਹਾੜੇ, ਔਰ ਦੇਖਦੇ ਹਾਂ ਜੀ ਅੱਜ ਦੇ ਇਤਿਹਾਸਕ ਦਿਹਾੜਿਆਂ ਦੇ ਵਿੱਚ ਕੀ ਹੈ। ਅੱਜ ਦੇ ਦਿਨ 4 ਅਕਤੂਬਰ 1708 ਵਾਲੇ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਸਿੱਖ ਪੰਥ ਦਾ ਜਥੇਦਾਰ ਥਾਪਿਆ ਸੀ, ਅਤੇ ਉਹਨਾਂ ਦੇ ਨਾਲ 5 ਗੁਰ ਕੇ ਸਿੱਖ ਭਾਈ ਸਾਹਿਬ ਸਤਿਕਾਰਯੋਗ ਬਾਬਾ ਵਿਨੋਦ ਸਿੰਘ ਜੀ, ਭਾਈ ਸਾਹਿਬ ਕਾਹਨ ਸਿੰਘ ਜੀ, ਭਾਈ ਸਾਹਿਬ ਭਗਵੰਤ ਸਿੰਘ ਜੀ, ਭਾਈ ਸਾਹਿਬ ਕੌਰ ਸਿੰਘ ਜੀ ਅਤੇ ਭਾਈ ਸਾਹਿਬ ਬਾਜ ਸਿੰਘ ਜੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਨਾਲ ਪੰਜਾਬ ਵੱਲ ਨੂੰ ਭੇਜਿਆ ਸੀ। ਬਾਅਦ ਦੇ ਵਿੱਚ ਬਾਬਾ ਬਾਜ ਸਿੰਘ ਜੀ ਨੂੰ ਸਿੱਖ ਰਾਜ ਸਥਾਪਿਤ ਹੋਣ ਤੋਂ ਬਾਅਦ ਗਵਰਨਰ ਬਣਾ ਦਿੱਤਾ ਗਿਆ ਸੀ। ਅੱਜ ਦੇ ਦਿਨ ਹੀ ਭਾਵ 4 ਅਕਤੂਬਰ 1708 ਵਾਲੇ ਦਿਨ 2 ਪਠਾਨ ਜਿਹੜੇ ਕਿ ਨੰਦੇੜ ਸਾਹਿਬ ਪੁੱਜੇ ਸਨ, ਜਿਨ੍ਹਾਂ ਦੇ ਨਾਮ ਇਤਿਹਾਸ ਦੇ ਵਿੱਚ ਜਮਸ਼ੇਦ ਖਾਂ ਅਤੇ ਗੁਲ ਖਾਨ ਕਰਕੇ ਲਿਖੇ ਨੇ, ਇਹ ਸਤਿਗੁਰਾਂ ਜੀ ਨੂੰ ਮਾਰਨ ਦੀ ਮੰਦ ਭਾਵਨਾ ਦੇ ਨਾਲ ਨੰਦੇੜ ਸਾਹਿਬ ਪਹੁੰਚੇ ਸਨ। ਐਸਾ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਵਜ਼ੀਰ ਖਾਂ ਨੇ ਸੁਪਾਰੀ ਦਿੱਤੀ ਸੀ, ਉਸਨੇ ਪੈਸੇ ਦੇ ਕੇ ਭੇਜਿਆ ਸੀ। ਇਹ ਪਠਾਨ ਸਤਿਗੁਰਾਂ ਜੀ ਦੇ ਉਸ ਟੈਂਟ ਦੇ ਕੋਲ ਆ ਗਏ ਜਿਸ ਵਕਤ ਰਹਿਰਾਸ ਸਾਹਿਬ ਜੀ ਦਾ ਦੀਵਾਨ ਲੱਗਾ ਹੋਇਆ ਸੀ। ਸਤਿਗੁਰ ਜੀ ਨੇ ਪੂਰਾ ਆਦਰ ਕੀਤਾ। ਜਿਸ ਵੇਲੇ ਰਹਿਰਾਸ ਸਾਹਿਬ ਜੀ ਦਾ ਭੋਗ ਪਿਆ ਔਰ ਸਰਬਤ ਮਾਈ ਭਾਈ ਹੁਕਮ ਮੰਨ ਕੇ ਆਪੋ ਆਪਣੇ ਖੇਮਿਆਂ ਔਰ ਡੇਰਿਆਂ ਦੇ ਵਿੱਚ ਚਲੇ ਗਏ, ਤਾਂ ਉਸ ਵਕਤ ਅੰਮ੍ਰਿਤ ਗੁਟਕਾ ਦੇ ਵਿੱਚ ਲਿਖਿਆ ਹੈ ਕਿ ਤਬ ਸਰਬ सतगुरु जी सतकाल का सिमरन करके तंबू ऊपर मनसदपुर जाए बैठे।
ਇੱਕ ਸਿੱਖ ਹਜ਼ੂਰ ਦੇ ਵਿੱਚ ਰੁਮਾਲ ਹਿਲਾਵਣ ਵਾਲਾ ਉਸ ਵਕਤ ਹਾਜ਼ਰ ਸੀ। ਉਹ ਪਠਾਨ ਜੋ ਪਿੱਛੇ ਬੈਠਾ ਰਿਹਾ ਉਹ ਵੀ ਅੰਦਰ ਜਾਏ ਬੈਠਾ। ਜਿਸ ਵੇਲੇ ਘੜੀ ਉਸ ਨੂੰ ਬੈਠਿਆਂ ਹੋਈ, ਉਸ ਸਮੇਂ ਸ੍ਰੀ ਸਤਿਗੁਰ ਕਾਰਨ ਕਰਨ ਜੀ ਨੇ ਉਸ ਰੁਮਾਲ ਫੇਰਦੇ ਸਿੱਖ ਨੂੰ ਕਿਸੇ ਕਾਰਨ ਭੇਜ ਦਿੱਤਾ। ਪਰ ਨੇਤਰ ਜਾਣ ਕੇ ਮੀਟਣ ਲੱਗੇ। ਤਬ ਉਸ ਮਲੀਚ ਨੇ ਜਾਣਾ ਸੁਬੇਲਾ ਹੁਣ ਅੱਛਾ ਹੈ। तब उस दुष्ट ने उठ के साहिब के उदर विच कटार मारिया। यद्यप कमर कसी हुई सी, तदप कटार दा काव बहुत हुआ। जब लहू चलिया तब मरण तीर श्री सतगुरु जी सावधान पए और उस पठान को जाता देखिया। तब खब्बे हाथ साब उसका जामा पकड़ लिया। मार हुजुक्का मारिया तब वो दुष्ट गिड़ पड़ा। तब श्री सतगुरु जी तकिए पर अपना कटारा तरिया हुआ था, सो दाहिने हाथ में पकड़ लिया। उसको म्यान से जुदा करन हित चिटकाया। तब उसका म्यान ना गिड़ा। तब बड़े जोर सो तीसरी बेर म्यान गिड़ाई दिया। इस बार कर्ण सो अंतर्जामी का प्रयोजन ये था कि इतने श्वास उसने और लेने थे। तब उसका अंतकाल जानकर उस हृदय में जमतार का काव मारिया। उसने कहा, हाय अम्मा। पतत उपारण श्री सतगुरु जी बोले, अरे अल्लाह कहो, अल्लाह। ये अम्मा को याद करने का कौन सा बखत है? अल्लाह नहीं, अम्मा नहीं, अल्लाह कहो। इस जोर का शस्त्र मारा था, तब उसको प्राण निकल गए। तब प्रियतन सिख भी आए पहुंचे। उस मृतक को उठाए कर डार दिया और हुक्म हुआ, जो इसको नफर टहलिए हैं उसको कुछ नहीं कहना। भावे दे नाल जिहड़े आए हुए ने उन्होंने किसी ने कुछ नहीं कहना। तब बहादुर शाह को एक खबर पई। तब उसे वक्त फिरंगी जिरा हाकिम भेजे। ऐसा किया जाता कि सतगुरां जी के जिहड़े काव सन उन्होंने सीण दे लई अंग्रेज़ डॉक्टर आया सी। ध्यान सिंह हुणां वालों एक पुस्तक लिखी गई है, दसम पातशाह का अंतिम कौतक। उस दे विच लिखिया है कि पातशाह एक मोहर रोज़ उस जरादार नूं दिंदे सन। मोहरा रोज़ साहिब देवे जरादार को। काल उसी का नाम अंग्रेज़ सी। ਉਹਦਾ ਨਾਮ ਜਿਹੜਾ ਸੀ ਕੌਲ ਉਸੀ ਸੀ। ਉਸਨੇ ਅਗਲੇ ਤੋਪੇ ਖੋਲ ਕੇ ਫਿਰ ਜ਼ਖਮ ਸੀਤਾ ਮਲਮ ਲਾਏ ਕੇ। ਗੁਰਬਿਲਾਸ ਪਾਤਸ਼ਾਹ 10ਵੀਂ ਦੇ ਸ਼ਬਦਾਂ ਦੇ ਮੁਤਾਬਕ ਉਸੇ ਵਕਤ ਸ਼ਾਹੀ ਹਕੀਮ ਅਤੇ ਇੱਕ ਅੰਗਰੇਜ਼ ਸਰਜਨ ਆਇਆ। ਕਾਲ ਉਸੀ ਦੇ ਨਾਏ ਫਿਰੰਗ ਕੋ। ਉਹਦਾ ਨਾਂ ਕਾਲ ਸੀ, CRL। शाह हकीम जो फरमाए, खिजमत जाए करो गुरु की, तत्काल नैने ही दरसाए। शॉर्ट हिस्ट्री ऑफ द सिक्स ਦੇ ਪੰਨਾ ਨੰਬਰ 43 ਤੇ ਲਿਖਿਆ ਹੈ, and to whom he Guru Gobind Singh Ji becomes so much attached that the nominated him as a successor not as a guru but as a commander of the force of Khalsa। ਜਿਹੜਾ ਕਿ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਸਤਿਗੁਰੂ ਜੀ ਨੇ ਉਸੇ ਦਿਨ ਭੇਜਿਆ ਸੀ। ਉਸ ਦੇ ਬਾਬਤ ਵੀ ਉਹਨਾਂ ਨੇ ਲਿਖਿਆ ਕਿ ਕਿਉਂਕਿ ਖਿਮਾ ਕਰਨੀ ਜਿਸ ਵਕਤ ਜ਼ਖਮ ਲੱਗ ਗਿਆ ਤਾਂ ਲੋਕ ਆਪੋ ਆਪਣੀਆਂ ਗੱਲਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਕਿ ਸ਼ਾਇਦ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਆਪ ਨੂੰ ਗੁਰੂ ਨਾਲ ਸਥਾਪਿਤ ਕਰ ਲੈਣ। तो आगे चल के वो लिखते हैं कि उन्होंने कहा, हम थोड़े ही दिनों में स्नान करवाए देवेगा। 10 मोहरा रोज़ उनको देते। तब 12वें दिन भाव 26 सितंबर को स्नान पिया। धन गुरु गोबिंद सिंह जी हैं जिन्हों के उत्ते मारू हमला होया, पर सहज नूं उन्होंने अपने हथों नहीं छड्डिया। तो अज के दिन ये जिहड़ा पाना सी ये वापरिया सी। बाबा साहब बाबा बंदा सिंह जी बहादुर होना बारे थोड़ी जी आपां गलबात जरूर करांगे अज 9 तो 10 के समय के दौरान। इस तो इलावा बाकी दियां इतिहासिक घटनावां दे विच अज दे दिन भाव 4 अक्तूबर 1930 वाले दिन सत्कारयोग भाई साहब भाई रणधीर सिंह साहब जी नूं जेल दे विचों
ਰਿਹਾ ਕਰ ਦਿੱਤਾ ਗਿਆ ਸੀ। ਭਾਈ ਸਾਹਿਬ ਰਣਧੀਰ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ 9 ਮਈ 1915 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਦੇ ਦਿਨ ਉਹਨਾਂ ਨੂੰ ਰਿਹਾਈ ਮਿਲੀ ਸੀ, ਭਾਵ ਉਹਨਾਂ ਨੂੰ ਜੇਲ੍ਹ ਤੋਂ ਕਰੀਬਨ 14 ਸਾਲ ਮਗਰੋਂ ਛੱਡਿਆ ਗਿਆ ਸੀ। ਰਿਹਾ ਹੋਣ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਸਨ, ਜਿੱਥੇ ਉਹਨਾਂ ਦਾ ਕਾਫੀ ਸਨਮਾਨ ਕੀਤਾ ਗਿਆ ਸੀ। ਤੋ ਇੱਕ ਕਿਸਮ ਦੀ ਉਮਰ ਕੈਦ ਸੀ ਜੋ ਭਾਈ ਰਣਧੀਰ ਸਿੰਘ ਸਾਹਿਬ ਜੀ ਨੂੰ ਦਿੱਤੀ ਗਈ ਸੀ। ਇਸ ਤਜਰਬੇ ਨੂੰ ਉਹਨਾਂ ਨੇ ਆਪਣੀ ਪੁਸਤਕ ਮੇਰੀਆਂ ਜੇਲ੍ਹ ਚਿੱਠੀਆਂ ਦੇ ਵਿੱਚ ਵੀ ਖਾਸਾ ਲਿਖਿਆ ਹੈ। ਉਹਨਾਂ ਨੇ ਕਿਸੇ ਵੀ ਗੈਰ ਅੰਮ੍ਰਿਤਧਾਰੀ ਦੇ ਹੱਥ ਦਾ ਪ੍ਰਸ਼ਾਦ ਨਹੀਂ ਸੀ ਛਕਿਆ ਜੇਲ੍ਹ ਦੇ ਵਿੱਚ ਵੀ, ਔਰ ਇੱਥੋਂ ਤੱਕ ਕਿ ਭੁੱਖ ਹੜਤਾਲ ਕਰ ਦਿੱਤੀ ਸੀ, ਪਰ ਜਾਂ ਉਹ ਆਪ ਬਣਾਉਂਦੇ ਸਨ, ਬਲਕਿ ਇਤਿਹਾਸ ਤਾਂ ਐਸਾ ਹੀ ਕਹਿੰਦਾ ਕਿ ਉਹ ਆਪ ਹੀ ਜੇਲ੍ਹ ਦੇ ਵਿੱਚ ਆਪਣਾ ਪ੍ਰਸ਼ਾਦ ਭੋਜਨ, ਕਿਉਂਕਿ ਉਹਨਾਂ ਨੂੰ ਕੱਚਾ ਰਾਸ਼ਨ ਦੇ ਦਿੱਤਾ ਜਾਂਦਾ ਸੀ, ਗੈਰ ਅੰਮ੍ਰਿਤਧਾਰੀ ਦੇ ਹੱਥੋਂ ਉਹਨਾਂ ਨੇ ਕਦੀ ਵੀ ਪ੍ਰਸ਼ਾਦ ਨਹੀਂ ਸੀ ਛਕਿਆ ਭਾਈ ਰਣਧੀਰ ਸਿੰਘ ਜੀ ਨੇ। ਅੱਜ ਦੇ ਦਿਨ ਭਾਵ 4 ਅਕਤੂਬਰ ਨੂੰ, ਕਿਉਂਕਿ ਜੂਨ 1985 ਦੇ ਵਿੱਚ ਜਿਹੜਾ ਵਰਾ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ, ਉਦੋਂ ਭਾਰਤ ਦੀ ਉਸ ਵਕਤ ਦੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ, ਲੇਕਿਨ ਉਸ ਦੀਆਂ ਤਿਆਰੀਆਂ ਜਿਹੜੀਆਂ ਸਨ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਹਿਲਾਂ ਹੀ। ਤੋ ਅੱਜ ਦੇ ਦਿਨ ਪਹਿਲੀ ਜਿਹੜੀ ਚੌਕੀ ਹੈ, ਛਾਉਣੀ ਜਿਹੜੀ ਹੈ, ਉਹ ਕਾਇਮ ਕੀਤੀ ਗਈ ਸੀ ਪੰਜਾਬ ਦੇ ਵਿੱਚ, ਔਰ ਤਾਂ ਕਿ ਉਹਨਾਂ ਨੂੰ ਸਰ ਅੰਜਾਮ ਦਿੱਤਾ ਜਾ ਸਕੇ ਜਿਹੜੇ ਕਿ ਜੂਨ ਦੇ ਮਹੀਨੇ ਦੇ ਵਿੱਚ ਕੀਤੇ ਜਾਣ ਵਾਲੇ ਸਾਕੇ ਸਨ। ਇਸ ਦੇ ਲਈ ਇਤਿਹਾਸਕ ਪਿਛੋਕੜ ਕਾਫੀ ਕੁਝ ਸਾਨੂੰ ਦੱਸਦਾ ਹੈ, ਜਿਹਦੇ ਵਿਚਾਰ ਆਪਾਂ ਸਮੇਂ ਸਿਰ ਕਰਦੇ ਰਹਿੰਦੇ ਹਾਂ। ਅੱਜ ਦੇ ਦਿਨ ਭਾਵ 4 ਅਕਤੂਬਰ 1956 ਵਾਲੇ ਦਿਨ 12ਵੀਂ ਆਲ ਇੰਡੀਆ ਅਕਾਲੀ ਕਾਨਫਰੰਸ ਪਟਿਆਲਾ ਵਿਖੇ ਹੋਈ ਸੀ। ਸੋ ਇਹ ਸਨ ਅੱਜ ਦੇ ਉਹ ਇਤਿਹਾਸਕ ਦਿਹਾੜੇ।